ਸਭ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਪੰਜਾਬੀ ਵਿਆਕਰਨ ਦੇ ਵਾਕ ਵਟਾਂਦਰੇ ਦੀ ਇਸ ਆਖਰੀ ਤੇ ਤੀਜੇ ਭਾਗ ਦੀ ਵੀਡੀਓ ਦੇ ਵਿੱਚ। ਪਹਿਲੇ ਦੋ ਭਾਗ ਦੀਆਂ ਵੀਡੀਓ ਦੇ ਵਿੱਚ ਪਹਿਲੇ ਭਾਗ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਵਾਕ ਕੀ ਹੁੰਦਾ ਹੈ, ਤੇ ਦੂਜੇ ਭਾਗ ਦੀ ਵੀਡੀਓ ਦੇ ਵਿੱਚ ਆਪਾਂ ਵਾਕ ਦੀਆਂ ਕਿਸਮਾਂ ਬਣਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਵਿਸਥਾਰ ਦੇ ਵਿੱਚ ਆਪਾਂ ਤੁਹਾਨੂੰ ਸਮਝਾਇਆ ਸੀ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ, ਕਿਉਂਕਿ ਵਾਕ ਵਟਾਂਦਰੇ ਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਵਾਕ ਦੀਆਂ ਕਿਸਮਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਵੰਡਿਆ ਜਾਂਦਾ ਹੈ, ਉਹ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਾਕਾਂ ਦਾ ਵਟਾਂਦਰਾ ਤੁਹਾਨੂੰ ਸਿਖਾਵਾਂਗੇ। ਸਭ ਤੋਂ ਪਹਿਲਾਂ ਵਾਕ ਵਟਾਂਦਰੇ ਨੂੰ ਜਾਣਨ ਦੇ ਲਈ ਜਾਣਨਾ ਜ਼ਰੂਰੀ ਹੈ ਕਿ ਵਾਕ ਵਟਾਂਦਰਾ ਹੁੰਦਾ ਕੀ ਹੈ, ਅਰਥ ਕੀ ਹੈ ਵਾਕ ਵਟਾਂਦਰੇ ਦਾ। ਤਾਂ ਸਧਾਰਨ ਸ਼ਬਦਾਂ ਦੇ ਵਿੱਚ ਜੇ ਗੱਲ ਕੀਤੀ ਹੈ ਤਾਂ ਕਿਸੇ ਵੀ ਵਾਕ ਨੂੰ ਉਸਦਾ ਅਰਥ ਬਦਲੇ ਬਿਨਾਂ ਜਦੋਂ ਆਪਾਂ ਦੂਸਰੇ ਪ੍ਰਕਾਰ ਦੇ ਵਾਕ ਵਿੱਚ ਉਹਦੀ ਤਬਦੀਲੀ ਕਰਦੇ ਹਾਂ, ਉਹਦਾ ਰੂਪਾਂਤਰਣ ਕਰਦੇ ਹਾਂ, ਉਹਨੂੰ ਬਦਲਦੇ ਹਾਂ, ਉਸ ਨੂੰ ਹੀ ਵਾਕ ਵਟਾਂਦਰਾ ਆਖਿਆ ਜਾਂਦਾ ਹੈ। ਭਾਵ ਕੀ ਹੈ ਕਿ ਇੱਕ ਵਾਕ ਤੁਸੀਂ ਕਿਸੇ ਦੂਸਰੀ ਕਿਸਮ ਦੀ ਵਾਕ ਦੇ ਵਿੱਚ ਉਹਦਾ ਬਦਲਾਅ ਕਰਨਾ ਹੈ, ਪਰ ਉਸਦਾ ਅਰਥ ਉਹੀ ਰਹਿਣਾ ਚਾਹੀਦਾ ਹੈ, ਉਹ ਬਦਲਣਾ ਨਹੀਂ ਚਾਹੀਦਾ। ਵਾਕ ਵਟਾਂਦਰੇ ਦੀ ਜਾਂਚ ਸਿੱਖਣ ਲਈ ਕੁਝ ਗੱਲਾਂ ਇਹ ਮੈਂ ਖੁਦ ਨੋਟ ਕੀਤੀਆਂ ਸੀ ਕਿ ਇਹਨਾਂ ਗੱਲਾਂ ਦਾ ਤੁਹਾਨੂੰ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲੀ ਹੈ ਕਿ ਵਾਕ ਕੀ ਹੁੰਦਾ ਹੈ ਤੇ ਇਸ ਦੀਆਂ ਕਿਸਮਾਂ ਕੀ ਨੇ, ਉਹ ਤੁਹਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਪਿਛਲੀਆਂ ਵੀਡੀਓ ਜੇ ਤੁਸੀਂ ਧਿਆਨ ਨਾਲ ਚੈੱਕ ਕੀਤੀਆਂ ਨੇ ਤਾਂ ਤੁਹਾਨੂੰ ਆ ਚੁੱਕਾ ਹੋਵੇਗਾ। ਦੂਸਰੀ ਹੈ ਕਿ ਵਾਕਾਂ ਦੀ ਪਛਾਣ ਕਰਨੀ ਤੁਹਾਨੂੰ ਆਉਣੀ ਚਾਹੀਦੀ ਹੈ ਕਿ ਕਿਹੜੇ ਵਾਕ, ਜੇ ਮੰਨ ਲਓ ਤੁਹਾਨੂੰ ਕੋਈ ਵਾਕ ਬੋਲਿਆ ਜਾਵੇ, ਉਸ ਤੋਂ ਬਾਅਦ ਤੁਸੀਂ ਝਟਪਟ ਪਛਾਣ ਸਕੋ ਕਿ ਇਹ ਵਾਕ ਕਾਰਜ ਦੇ ਆਧਾਰ 'ਤੇ ਕਿਸ ਕਿਸਮ ਦਾ ਹੈ ਜਾਂ ਬਣਤਰ ਦੇ ਆਧਾਰ 'ਤੇ ਕੀਤੀ ਗਈ ਵੰਡ ਦੇ ਆਧਾਰ 'ਤੇ ਕਿਸ ਕਿਸਮ ਦਾ ਹੈ। ਤੀਜਾ ਹੈ ਕਿ ਤੁਹਾਨੂੰ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਭਾਵ ਵੋਕੈਬਲਰੀ ਤੁਹਾਨੂੰ ਪੰਜਾਬੀ ਦੀ ਆਉਣੀ ਚਾਹੀਦੀ ਹੈ। ਉਹ ਆਪਾਂ ਨੂੰ ਸਭ ਨੂੰ ਹੀ ਆਉਂਦੀ ਹੈ ਕਿਉਂਕਿ ਆਪਾਂ ਪੰਜਾਬੀ ਹਾਂ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਦਾਹਰਨਾਂ ਦੇ ਨਾਲ ਤੁਹਾਨੂੰ ਵਾਕ ਵਟਾਂਦਰਾ ਕਰਨਾ ਸਿਖਾਵਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਧਾਰਨ ਵਾਕ ਤੋਂ ਸੰਯੁਕਤ ਵਾਕ, ਭਾਵ ਬਣਤਰ ਦੇ ਆਧਾਰ 'ਤੇ ਕੀਤੀ ਗਈ ਵੰਡ, ਜਿਹਦੇ ਵਿੱਚ ਸਧਾਰਨ ਵਾਕ ਸਭ ਤੋਂ ਪਹਿਲਾ ਵਾਕ ਹੈ, ਉਸ ਨੂੰ ਸੰਯੁਕਤ ਵਾਕ ਦੂਜੀ ਕਿਸਮ ਦੇ ਵਿੱਚ ਬਦਲਣਾ। ਸਧਾਰਨ ਵਾਕ ਜੇ ਤੁਹਾਡੇ ਯਾਦ ਹੋਏਗਾ ਤਾਂ ਉਹਦੇ ਵਿੱਚ ਕੀ ਸੀ ਕਿ ਸਿਰਫ ਇੱਕ ਵਾਕ ਹੋਏਗਾ, ਹੋਰ ਛੋਟੇ ਛੋਟੇ ਉਪਵਾਕ ਉਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਇੱਕ ਉਦੇਸ਼ ਤੇ ਇੱਕ ਵਿਧੇਯ ਹੋਵੇਗਾ ਤੇ ਇੱਕੋ ਹੀ ਪੂਰੇ ਵਾਕ ਦੇ ਵਿੱਚ ਸਾਰੀ ਗੱਲ ਤੁਹਾਨੂੰ ਸਮਝਾਈ ਹੋਵੇਗੀ। ਜਿਵੇਂ ਕਿ ਸਧਾਰਨ ਵਾਕ ਆਪਣੇ ਸਾਹਮਣੇ ਹੈ, ਕੀ ਵਾਕ ਹੈ, ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ, ਤੇ ਆਪਾਂ ਬਦਲਣਾ ਕਿਹਦੇ ਵਿੱਚ, ਇਹਨੂੰ ਸੰਯੁਕਤ ਵਾਕ ਦੇ ਵਿੱਚ। ਤੇ ਸੰਯੁਕਤ ਵਾਕ ਕੀ ਸੀ ਕਿ ਦੋ ਇਹਦੇ ਵਿੱਚ ਉਪਵਾਕ ਹੋਣਗੇ, ਦੋਨੋਂ ਹੀ ਸੁਤੰਤਰ ਹੋਣਗੇ, ਭਾਵ ਆਪਣੇ ਆਪ ਦੇ ਵਿੱਚ ਉਹ ਕੁਝ ਨਾ ਕੁਝ ਅਰਥ ਤੁਹਾਨੂੰ ਸਮਝਾਉਂਦੇ ਹੋਣਗੇ। ਤਾਂ ਦੋ ਗੱਲਾਂ ਸਧਾਰਨ ਵਾਕ ਦੇ ਵਿੱਚ ਆਪਾਂ ਨੂੰ ਕੀਤੀਆਂ ਗਈਆਂ ਨੇ। ਇੱਕ ਕਿਹਾ ਗਿਆ ਹੈ ਕਿ ਅੱਗੇ ਵੱਧ ਕੇ, ਦੂਜਾ ਹੈ ਕਿ ਆਪਾਂ ਵੈਰੀ ਦੇ ਦੰਦ ਖੱਟੇ ਕਰਨੇ ਹਨ। ਤਾਂ ਇਹਨਾਂ ਦੋ ਗੱਲਾਂ ਨੂੰ ਹੀ ਆਧਾਰ ਮੰਨ ਕੇ ਆਪਾਂ ਸੰਯੁਕਤ ਵਾਕ ਬਣਾਵਾਂਗੇ। ਕੀ ਵਾਕ ਬਣੇਗਾ, ਅੱਗੇ ਵਧੋ ਯੋਜਕ ਲੱਗਿਆ ਅਤੇ ਵੈਰੀ ਦੇ ਦੰਦ ਖੱਟੇ ਕਰੋ। ਜੇਕਰ ਤੁਸੀਂ ਇਹਨਾਂ ਦੋਨੋਂ ਵਾਕਾਂ ਨੂੰ ਅਲੱਗ-ਅਲੱਗ ਵੀ ਬੋਲੋਗੇ ਤਾਂ ਵੀ ਕੁਝ ਨਾ ਕੁਝ ਅਰਥ ਤੁਹਾਨੂੰ ਸਪਸ਼ਟ ਕਰ ਰਹੇ, ਜਿਵੇਂ ਅੱਗੇ ਵਧੋ ਭਾਵ ਕਿਸੇ ਨੂੰ ਅੱਗੇ ਵਧਣ ਲਈ ਕਿਹਾ ਗਿਆ ਹੈ, ਤੇ ਵੈਰੀ ਦੇ ਦੰਦ ਖੱਟੇ ਕਰੋ। ਇਹ ਦੋਨੋਂ ਜੋ ਉਪਵਾਕ ਨੇ ਇਹ ਤੁਹਾਨੂੰ ਅਰਥ ਸਮਝਾ ਰਹੇ ਨੇ ਆਪਣੇ ਸੁਤੰਤਰ ਤੌਰ 'ਤੇ। ਤਾਂ ਸਧਾਰਨ ਵਾਕ ਨੂੰ ਆਪਾਂ ਸੰਯੁਕਤ ਵਾਕ ਦੇ ਵਿੱਚ ਬਦਲ ਦਿੱਤਾ। ਇੱਕ ਹੋਰ ਉਦਾਹਰਨ ਦੇ ਨਾਲ ਗੱਲ ਕਰਦੇ ਹਾਂ। ਜਿਵੇਂ ਕਿਹਾ ਗਿਆ ਹੈ, ਸੂਰਜ ਨਿਕਲਦੇ ਸਾਰ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਇਹ ਸਧਾਰਨ ਵਾਕ ਹੈ ਕਿਉਂਕਿ ਇੱਕੋ ਹੀ ਪੂਰੇ ਵਾਕ ਦੇ ਵਿੱਚ ਆਪਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਗਈ ਹੈ। ਤਾਂ ਜਦੋਂ ਸੰਯੁਕਤ ਵਾਕ ਦੇ ਵਿੱਚ ਆਪਾਂ ਇਹਨੂੰ ਬਦਲਾਂਗੇ, ਤਬਦੀਲੀ ਕਰਾਂਗੇ, ਰੂਪਾਂਤਰਣ ਕਰਾਂਗੇ, ਤਾਂ ਆਪਾਂ ਗੱਲ ਕਰਾਂਗੇ ਕਿ ਕਿਹੜੇ ਦੋ ਉਪਵਾਕ ਇਸ ਸਧਾਰਨ ਵਾਕ ਦੇ ਵਿੱਚੋਂ ਬਣ ਸਕਦੇ ਨੇ। ਦੋ ਗੱਲਾਂ ਕੀਤੀਆਂ ਗਈਆਂ ਨੇ। ਪਹਿਲੀ ਗੱਲ ਕੀ ਕੀਤੀ ਗਈ, ਇੱਕ ਸੂਰਜ ਨਿਕਲਣ ਦੀ ਗੱਲ ਕੀਤੀ ਗਈ ਹੈ ਤੇ ਦੂਜਾ ਆਪੋ ਆਪਣੇ ਕੰਮਾਂ ਵਿੱਚ ਰੁੱਝਣ ਦੀ ਗੱਲ ਕੀਤੀ ਗਈ ਹੈ। ਤਾਂ ਤੁਹਾਡੇ ਖਿਆਲ ਹੀ ਹੈ ਕਿ ਸੰਯੁਕਤ ਵਾਕ ਦੇ ਵਿੱਚ ਦੋ ਉਪਵਾਕ ਹੋਣਗੇ ਤੇ ਦੋਨੋਂ ਹੀ ਉਪਵਾਕ ਆਪਣੇ ਆਪ ਦੇ ਵਿੱਚ ਸੁਤੰਤਰ ਅਰਥ ਸਮਝਾਉਣ ਦੇ ਵਿੱਚ ਸਮਰੱਥ ਹੋਣਗੇ। ਤਾਂ ਤੁਸੀਂ ਕੀ ਕਰੋਗੇ ਕਿ ਸੂਰਜ ਨਿਕਲਿਆ ਅਤੇ ਯੋਜਕ ਦੇ ਨਾਲ ਉਹਨੂੰ ਜੋੜਿਆ, ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਜੇਕਰ ਤੁਸੀਂ ਪੂਰੇ ਧਿਆਨ ਦੇ ਨਾਲ ਵਾਕਾਂ ਦੀਆਂ ਕਿਸਮਾਂ ਵਾਲੀ ਵੀਡੀਓ ਦੇਖੀ ਹੈ ਤਾਂ ਮੇਰੇ ਖਿਆਲ ਦੇ ਨਾਲ ਤੁਹਾਨੂੰ ਵਾਕ ਵਟਾਂਦਰਾ ਕਰਨਾ ਬਿਲਕੁਲ ਵੀ ਕੋਈ ਔਖਾ ਕੰਮ ਨਹੀਂ ਲੱਗੇਗਾ। ਉਮੀਦ ਹੈ ਕਿ ਤੁਹਾਨੂੰ ਸਧਾਰਨ ਤੋਂ ਸੰਯੁਕਤ ਵਾਕ ਵਿੱਚ ਬਦਲਣਾ ਇਸ ਵੀਡੀਓ ਤੋਂ ਆ ਗਿਆ ਹੈ। ਇਸੇ ਤਰੀਕੇ ਦੇ ਨਾਲ ਹੀ ਕੀ ਹੈ ਕਿ
ਸੰਯੁਕਤ ਵਾਕ ਤੋਂ ਸਧਾਰਨ ਵਾਕ ਵਿੱਚ ਬਦਲਣਾ। ਉਸੇ ਤਰੀਕੇ ਦੇ ਨਾਲ ਦੋ ਉਪਵਾਕ ਦਿੱਤੇ ਹੋਣਗੇ, ਦੋਨੋਂ ਹੀ ਸੁਤੰਤਰ ਹੋਣਗੇ, ਪਰ ਤੁਸੀਂ ਉਹਨੂੰ ਇੱਕ ਵਾਕ ਦੇ ਵਿੱਚ, ਇੱਕ ਸਧਾਰਨ ਵਾਕ ਦੇ ਵਿੱਚ ਬਦਲਣਾ ਹੈ। ਜਿਵੇਂ ਕਿ ਸੰਯੁਕਤ ਵਾਕ ਤੁਹਾਡੇ ਸਾਹਮਣੇ ਦਿੱਤਾ ਗਿਆ ਹੈ, ਦਵਾਈ ਖਾਓ, ਅਤੇ ਯੋਜਕ ਨਾਲ ਜੋੜਿਆ ਗਿਆ ਹੈ ਤੰਦਰੁਸਤ ਹੋ ਜਾਓ। ਦੋਨੋਂ ਹੀ ਉਪਵਾਕ ਆਪਾਂ ਨੂੰ ਕੁਝ ਨਾ ਕੁਝ ਸੁਤੰਤਰ ਅਰਥ ਸਮਝਾ ਰਹੇ ਹੈ, ਤੇ ਤੁਸੀਂ ਦੋਨੋਂ ਹੀ ਉਪਵਾਕਾਂ ਨੂੰ ਇੱਕ ਵਾਕ ਦੇ ਵਿੱਚ ਬਦਲਣਾ ਹੈ। ਤਾਂ ਦੋ ਗੱਲਾਂ ਕੀਤੀਆਂ ਗਈਆਂ ਨੇ, ਦਵਾਈ ਖਾਣ ਦੀ ਤੇ ਤੰਦਰੁਸਤ ਹੋ ਜਾਣ ਦੀ। ਤਾਂ ਤੁਸੀਂ ਇਹਨੂੰ ਇੱਕ ਵਾਕ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਹੋ, ਬਦਲ ਸਕਦੇ ਹੋ? ਦਵਾਈ ਖਾ ਕੇ ਤੰਦਰੁਸਤ ਹੋ ਜਾਓ। ਦੂਜੀ ਉਦਾਹਰਨ ਦੀ ਗੱਲ ਕਰੀਏ, ਮੇਰੇ ਕੋਲ ਇੱਕ ਪੈਨਸਲ ਹੈ, ਇਹ ਇੱਕ ਉਪਵਾਕ ਹੈ, ਅਤੇ ਦੋ ਪੈਨ ਹਨ। ਇਹ ਦੋਨੋਂ ਹੀ ਕੀ ਨੇ? ਦੋ ਉਪਵਾਕ ਨੇ। ਤਾਂ ਇੱਕ ਕਿਵੇਂ ਬਣਾਵਾਂਗੇ? ਮੇਰੇ ਕੋਲ ਇੱਕ ਪੈਨਸਲ ਤੇ ਦੋ ਪੈਨ ਹਨ। ਅੱਗੇ ਚੱਲਦੇ ਹਾਂ ਜੀ। ਸਧਾਰਨ ਵਾਕਾਂ ਤੋਂ ਮਿਸ਼ਰਤ ਵਾਕ ਵਿੱਚ ਬਦਲਣ ਦੀ ਜਾਂਚ ਕਿਸ ਤਰ੍ਹਾਂ ਸਿੱਖੀ ਜਾ ਸਕਦੀ ਹੈ? ਉਸੇ ਤਰੀਕੇ ਦੇ ਨਾਲ ਸਧਾਰਨ ਤੁਹਾਨੂੰ ਪਤਾ ਹੀ ਲੱਗ ਗਿਆ। ਮਿਸ਼ਰਤ ਕੀ ਸੀ? ਮਿਸ਼ਰਤ ਵਾਕ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕ ਹੋਣਗੇ, ਉਹਨਾਂ ਦੇ ਵਿੱਚੋਂ ਇੱਕ ਪੂਰਨ ਵਾਕ ਹੋਵੇਗਾ ਤੇ ਦੂਸਰਾ ਅਪੂਰਨ ਉਪਵਾਕ ਹੋਵੇਗਾ। ਤੁਹਾਨੂੰ ਪਛਾਣਨਾ ਬਹੁਤ ਹੀ ਸੌਖਾ ਹੈ। ਤਿੰਨੋਂ ਹੀ ਬਣਤਰ ਦੇ ਆਧਾਰ 'ਤੇ ਵਾਕ ਯਾਦ ਕਰਨੇ ਬਹੁਤ ਸੌਖੇ ਨੇ। ਸਧਾਰਨ ਵਾਕ ਸਿਰਫ ਇੱਕੋ ਹੀ ਵਾਕ ਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝਾਈ ਹੋਵੇਗੀ। ਸੰਯੁਕਤ ਵਾਕ ਦੋ ਉਪਵਾਕ ਹੋਣਗੇ, ਕਿਸੇ ਯੋਜਕ ਦੇ ਨਾਲ ਉਹਨਾਂ ਨੂੰ ਜੋੜਿਆ ਗਿਆ ਹੋਵੇਗਾ, ਪਰੰਤੂ ਜਦੋਂ ਦੋਨਾਂ ਹੀ ਉਪਵਾਕਾਂ ਨੂੰ ਤੁਸੀਂ ਅਲੱਗ-ਅਲੱਗ ਵੀ ਬੋਲੋਗੇ ਤਾਂ ਕੁਝ ਨਾ ਕੁਝ ਅਰਥ ਤੁਹਾਨੂੰ ਉਹ ਅਲੱਗ ਸਮਝਾਉਣਗੇ। ਪਰ ਮਿਸ਼ਰਤ ਵਾਕ ਦੇ ਵਿੱਚ ਉਲਟ ਹੈ। ਸੰਯੁਕਤ ਵਾਕ ਨਾਲੋਂ ਦੋ ਜਾਂ ਦੋ ਤੋਂ ਵੱਧ ਉਪਵਾਕ ਹੋਣਗੇ, ਪਰੰਤੂ ਇੱਕ ਪੂਰਨ ਹੋਵੇਗਾ ਤੇ ਦੂਜਾ ਅਪੂਰਨ, ਭਾਵ ਇੱਕ ਦੂਸਰੇ ਵਾਕ ਦੇ ਉੱਪਰ ਨਿਰਭਰ ਹੋਵੇਗਾ। ਤਾਂ ਸਧਾਰਨ ਵਾਕ ਦੀ ਉਦਾਹਰਨ ਇੱਥੇ ਆਪਾਂ ਨੂੰ ਦਿੱਤੀ ਗਈ ਹੈ। ਕੀ ਕਿਹਾ ਗਿਆ ਹੈ ਕਿ ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ। ਇਹ ਵਾਕ ਆਪਾਂ ਨੂੰ ਪੂਰੀ ਗੱਲ ਸਮਝਾ ਰਿਹਾ ਕਿ ਜੋ ਸਮਝਦਾਰ ਬੱਚੇ ਨੇ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਮਿਸ਼ਰਤ ਵਾਕ ਦੇ ਵਿੱਚ ਆਪਾਂ ਕਿਵੇਂ ਬਣਾਉਣਾ ਹੈ ਕਿ ਆਪਾਂ ਦੋ ਉਪਵਾਕ ਇਸ ਤਰੀਕੇ ਦੇ ਨਾਲ ਜੋੜਨੇ ਨੇ ਕਿ ਇੱਕ ਉਪਵਾਕ ਅਧੂਰਾ ਹੋਵੇ ਤੇ ਦੂਸਰਾ ਪੂਰਾ ਹੋਵੇ। ਤਾਂ ਦੋ ਤਰ੍ਹਾਂ ਦੀ ਗੱਲ ਕੀਤੀ ਗਈ, ਇੱਕ ਸਮਝਦਾਰ ਬੱਚਿਆਂ ਦੀ, ਦੂਸਰੀ ਮਾਪਿਆਂ ਦਾ ਕਿਹਾ ਮੰਨਣ ਵਾਲੀ। ਤਾਂ ਤੁਸੀਂ ਕਿਵੇਂ ਬਣਾਓਗੇ ਕਿ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਜੇਕਰ ਤੁਸੀਂ ਧਿਆਨ ਨਾਲ ਪਿਛਲੀ ਵੀਡੀਓ ਦੇਖੀ ਹੈ ਤਾਂ ਉਹਦੇ ਵਿੱਚ ਆਪਾਂ ਦੱਸਿਆ ਸੀ ਕਿ ਮਿਸ਼ਰਤ ਵਾਕ ਦੇ ਜਿਹੜੇ ਅਧੀਨ ਉਪਵਾਕ ਹੈ ਉਹ ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜੇ ਕੇ ਆਦਿ ਨਾਲ ਸ਼ੁਰੂ ਹੁੰਦੇ ਨੇ। ਇਸੇ ਕਰਕੇ ਜੇ ਉਹ ਵੀਡੀਓ ਤੁਸੀਂ ਧਿਆਨ ਨਾਲ ਦੇਖੀ ਹੈ ਤਾਂ ਇਹ ਵੀਡੀਓ ਤੋਂ ਦੇਖ ਕੇ ਤੁਹਾਨੂੰ ਵਾਕ ਵਟਾਂਦਰਾ ਕਰਨਾ ਬਿਲਕੁਲ ਹੀ ਸੌਖਾ ਲੱਗੇਗਾ। ਤੇ ਮਿਸ਼ਰਤ ਵਾਕ ਤੋਂ ਸਧਾਰਨ ਵਾਕ ਦੇ ਵਿੱਚ ਕਿਵੇਂ ਬਦਲਣਾ ਹੈ? ਜਿਵੇਂ ਉਦਾਹਰਨ ਦਿੱਤੀ ਗਈ ਹੈ, ਜਦ ਬਿਪਤਾ ਪਏ ਤਦ ਧੀਰਜ ਰੱਖੋ। ਇਹ ਮਿਸ਼ਰਤ ਵਾਕ ਹੈ, ਦੋ ਇਹਦੇ ਵਿੱਚ ਉਪਵਾਕ ਨੇ, ਤਾਂ ਇਹਨਾਂ ਨੂੰ ਆਪਾਂ ਇੱਕ ਵਾਕ ਦੇ ਵਿੱਚ ਬਦਲਣਾ ਹੈ ਸਧਾਰਨ ਵਾਕ ਦੇ ਵਿੱਚ। ਕੀ ਗੱਲ ਕੀਤੀ ਗਈ? ਇੱਕ ਬਿਪਤਾ ਪੈਣ ਦੀ ਗੱਲ ਕੀਤੀ ਗਈ ਹੈ, ਦੂਜਾ ਧੀਰਜ ਰੱਖਣ ਦੀ ਗੱਲ ਕੀਤੀ ਗਈ ਹੈ। ਤਾਂ ਬਿਪਤਾ ਸਮੇਂ ਧੀਰਜ ਰੱਖੋ, ਜਾਂ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ, ਬਿਪਤਾ ਪੈਣ ਉੱਤੇ ਧੀਰਜ ਰੱਖੋ। ਦੋਨੋਂ ਤਰੀਕਿਆਂ ਨਾਲ ਹੀ ਤੁਹਾਡਾ ਵਾਕ ਹੈ ਜਿਹੜਾ ਉਹ ਸਹੀ ਹੋਵੇਗਾ। ਅੱਗੇ ਵਾਕ ਹੈ ਕਿ ਮਿਸ਼ਰਤ ਵਾਕ ਤੋਂ ਸੰਯੁਕਤ ਵਾਕ ਦੇ ਵਿੱਚ ਆਪਾਂ ਕਿਵੇਂ ਵਾਕ ਨੂੰ ਬਦਲਣਾ ਹੈ। ਤਾਂ ਮਿਸ਼ਰਤ ਵਾਕ ਦੀ ਉਦਾਹਰਨ ਦਿੱਤੀ ਗਈ ਹੈ, ਭਾਵੇਂ ਤੁਸੀਂ ਦੌਲਤਮੰਦ ਹੋ, ਇਹ ਇੱਕ ਉਪਵਾਕ ਹੈ, ਤਾਂ ਵੀ ਸੁਖੀ ਨਹੀਂ ਹੋ। ਤਾਂ ਦੋਨੋਂ ਹੀ ਉਪਵਾਕ ਨੇ ਤੇ ਮਿਸ਼ਰਤ ਵਾਕ ਇਹ ਸੰਯੁਕਤ ਵਾਕ ਦੇ ਵਿੱਚ ਜਦੋਂ ਬਦਲੋਗੇ ਤਾਂ ਦੋਨੋਂ ਕੀ ਵਾਕ ਹੋਣਗੇ? ਸੁਤੰਤਰ ਹੋਣਗੇ। ਤਾਂ ਤੁਸੀਂ ਕਿਵੇਂ ਕਰੋਗੇ? ਤੁਸੀਂ ਦੌਲਤਮੰਦ ਹੋ, ਇਹ ਪੂਰਾ ਉਪਵਾਕ ਹੈ ਤੇ ਇਹ ਸੁਤੰਤਰ ਅਰਥ ਕਰ ਰਿਹਾ ਹੈ, ਤੁਹਾਨੂੰ ਸਮਝਾ ਰਿਹਾ ਹੈ ਕਿ ਕੋਈ ਨਾ ਕੋਈ ਕਹਿ ਰਿਹਾ ਕਿ ਤੁਸੀਂ ਦੌਲਤਮੰਦ ਹੋ, ਪਰ ਯੋਜਕ ਨਾਲ ਜੋੜਿਆ ਗਿਆ ਹੈ ਸੁਖੀ ਨਹੀਂ। ਇਹ ਵੀ ਆਪਣੇ ਆਪ ਦੇ ਵਿੱਚ ਸੁਤੰਤਰ ਅਰਥ ਸਮਝਾ ਰਿਹਾ ਹੈ। ਅੱਗੇ ਚੱਲਦੇ ਹਾਂ ਹਾਂ ਵਾਚਕ ਤੇ ਨਾ ਵਾਚਕ ਵਾਕਾਂ ਵਿੱਚ। ਇਹ ਆ ਗਏ ਤੁਹਾਡੇ ਕਾਰਜ ਦੇ ਆਧਾਰ 'ਤੇ ਕੀਤੀ ਗਈ ਵੰਡ ਦੇ ਆਧਾਰ 'ਤੇ ਵਾਕਾਂ ਨੂੰ ਬਦਲਣਾ। ਪਹਿਲਾ ਹੈ ਹਾਂ ਵਾਚਕ। ਹਾਂ ਵਾਚਕ ਤੇ ਨਾ ਵਾਚਕ ਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਹੈ ਕਿ ਵਾਕ ਦਾ ਅਰਥ, ਵੈਸੇ ਤਾਂ ਹਰੇਕ ਵਾਕ ਵਟਾਂਦਰਾ ਜਦੋਂ ਤੁਸੀਂ ਕਰੋਗੇ ਤਾਂ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਜੋ ਮੂਲ ਰੂਪ ਵਾਲਾ ਵਾਕ ਹੈ ਉਸ ਦਾ ਅਰਥ ਤੁਸੀਂ ਵਾਕ ਵਟਾਂਦਰਾ ਕਰਨ ਵੇਲੇ ਨਹੀਂ ਬਦਲਣਾ, ਉਹ ਚੇਂਜ ਨਹੀਂ ਕਰਨਾ। ਹਾਂ ਵਾਚਕ ਤੇ ਨਾ ਵਾਚਕ ਵੇਲੇ ਬੱਚੇ ਜ਼ਿਆਦਾ ਕਨਫਿਊਜ਼ ਹੁੰਦੇ ਆ, ਕਿਉਂਕਿ ਜੇ ਮੰਨ ਲਓ ਉਹਨਾਂ ਨੇ ਲਿਖਿਆ ਹੈ ਕਿ ਮੈਂ ਹਮੇਸ਼ਾ ਸੱਚ ਬੋਲਦਾ ਹਾਂ, ਤਾਂ ਉਹ ਨਾ ਵਾਚਕ ਸਿਰਫ ਉਹਦੇ ਨਾਲ ਨਹੀਂ ਲਾ ਦਿੰਦੇ, ਮੈਂ ਹਮੇਸ਼ਾ ਸੱਚ
ਨਹੀਂ ਬੋਲਦਾ ਤਾਂ ਉਹਦੇ ਨਾਲ ਵਾਕ ਦਾ ਅਰਥ ਹੈ ਜਿਹੜਾ ਉਹ ਬਦਲ ਗਿਆ, ਕਿਉਂਕਿ ਵਾਕ ਮੂਲ ਰੂਪ ਵਾਲਾ ਵਾਕ ਆਪਾਂ ਨੂੰ ਕੀ ਕਹਿ ਰਿਹਾ ਹੈ ਕਿ ਉਹ ਹਮੇਸ਼ਾ ਸੱਚ ਬੋਲਦਾ ਹੈ। ਪਰੰਤੂ ਆਪਾਂ ਕੀ ਕੀਤਾ ਸੀ ਕਿ ਉਹਦੇ ਵਿੱਚ ਨਹੀਂ ਵਾਚਕ ਤੱਤ ਵਾਕ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ। ਨਾ ਵਾਚਕ ਬਣਾਉਂਦੇ ਸਮੇਂ ਤਾਂ ਤੁਸੀਂ ਉਸ ਤਰੀਕੇ ਨਾਲ ਵਾਕ ਬਦਲਣਾ ਹੈ ਕਿ ਇਸ ਵਾਕ ਦਾ ਅਰਥ ਜਿਹੜਾ ਉਹ ਨਾ ਬਦਲੇ। ਤਾਂ ਇਹਦੇ ਵਿੱਚ ਕੀ ਬੋਲਿਆ ਗਿਆ ਕਿ ਉਹ ਹਮੇਸ਼ਾ ਸੱਚ ਬੋਲਦਾ ਹੈ, ਤਾਂ ਇਸ ਨੂੰ ਤੁਸੀਂ ਕੀ ਕਰੋਗੇ ਕਿ ਉਹ ਕਦੇ ਝੂਠ ਨਹੀਂ ਬੋਲਦਾ। ਜੋ ਕਿ ਕੋਈ ਹੋਰ ਉਦਾਹਰਨ ਆਪਾਂ ਲੈ ਲਈਏ ਕਿ ਅੱਜ ਸਕੂਲ ਛੁੱਟੀ ਹੈ, ਇਹ ਹਾਂ ਵਾਚਕ ਵਾਕ ਹੈ ਕਿਉਂਕਿ ਕਿਤੇ ਵੀ ਇਹਦੇ ਵਿੱਚ ਨਹੀਂ ਵਾਚਕ ਤੱਤ ਸ਼ਾਮਿਲ ਨਹੀਂ ਕੀਤਾ ਗਿਆ। ਪਰ ਇਹਨੂੰ ਨਾ ਵਾਚਕ ਦੇ ਵਿੱਚ ਕਿਵੇਂ ਬਦਲੋਗੇ ਤੁਸੀਂ ਕਿ ਅੱਜ ਸਕੂਲ ਨਹੀਂ ਲੱਗੇਗਾ, ਤਾਂ ਅਰਥ ਸੇਮ ਹੀ ਹੈ ਕਿ ਅੱਜ ਛੁੱਟੀ ਹੈ, ਪਰ ਹਾਂ ਵਾਚਕ ਤੇ ਨਾ ਵਾਚਕ ਦੇ ਵਿੱਚ ਆਪਾਂ ਵਾਕ ਨੂੰ ਬਦਲ ਦਿੱਤਾ। ਅੱਗੇ ਹੈ ਪ੍ਰਸ਼ਨਵਾਚਕ ਵਾਕ ਨੂੰ ਸਧਾਰਨ ਵਾਕਾਂ ਵਿੱਚ ਬਦਲਣਾ। ਪ੍ਰਸ਼ਨਵਾਚਕ ਵਾਕ ਕੀ ਹੈ? ਤੁਸੀਂ ਕਿਸ ਪਿੰਡ ਦੇ ਹੋਏ ਪ੍ਰਸ਼ਨ ਪੁੱਛਿਆ ਗਿਆ, ਕਿਸ ਨੂੰ ਸਧਾਰਨ ਵਾਕ ਦੇ ਵਿੱਚ ਆਪਾਂ ਬਦਲ ਦਿੱਤਾ ਕਿ ਤੁਹਾਡੇ ਪਿੰਡ ਦਾ ਨਾਂ ਦੱਸੋ, ਜਾਂ ਤੁਹਾਡਾ ਕੀ ਨਾਂ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ, ਤੁਹਾਡਾ ਨਾਂ ਦੱਸੋ। ਇਸ ਤਰੀਕੇ ਨਾਲ ਤੁਸੀਂ ਪ੍ਰਸ਼ਨਵਾਚਕ ਵਾਕਾਂ ਨੂੰ ਸਧਾਰਨ ਵਾਕ ਦੇ ਵਿੱਚ ਬਦਲ ਸਕਦੇ ਹੋ। ਇਸ ਤਰੀਕੇ ਦੇ ਨਾਲ ਸਧਾਰਨ ਨੂੰ ਪ੍ਰਸ਼ਨਵਾਚਕ ਦੇ ਵਿੱਚ ਬਦਲਣਾ, ਇਹ ਵੀ ਆਪਾਂ ਖਿਆਲ ਰੱਖਣਾ ਕਿ ਆਪਾਂ ਕਿਵੇਂ ਬਦਲਣਾ, ਜਿਵੇਂ ਉਸਦਾ ਅਰਥ ਬਿਲਕੁਲ ਵੀ ਨਹੀਂ ਬਦਲਣਾ ਚਾਹੀਦਾ। ਸਧਾਰਨ ਵਾਕ ਆਪਣੇ ਸਾਹਮਣੇ ਹੈ, ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ। ਇਹ ਪ੍ਰਸ਼ਨਵਾਚਕ ਚਿੰਨ੍ਹ ਇੱਥੇ ਗਲਤੀ ਨਾਲ ਲੱਗ ਗਿਆ, ਇੱਥੇ ਪੂਰਨ ਵਿਰਾਮ ਡੰਡੀ ਆਉਣੀ ਸੀ, ਪਰ ਇਹਨੂੰ ਆਪਾਂ ਪ੍ਰਸ਼ਨਵਾਚਕ ਦੇ ਵਿੱਚ ਬਦਲਦੇ ਹੋਏ ਕੀ ਕਰਾਂਗੇ ਕਿ ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ। ਭਾਵ ਇੱਥੇ ਸਭ ਜਾਣਦੇ ਹਨ ਨੂੰ ਆਪਾਂ ਉਲਟਾ ਕਰ ਦਿੱਤਾ, ਕੌਣ ਨਹੀਂ ਜਾਣਦਾ, ਪਰ ਇਹ ਪ੍ਰਸ਼ਨਵਾਚਕ ਦੇ ਵਿੱਚ ਹੋ ਗਿਆ ਕਿ ਪੁੱਛ ਰਹੇ ਕਿ ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ। ਅੱਗੇ ਸਧਾਰਨ ਵਾਕ ਨੂੰ ਵਿਸਮੈਵਾਚਕ ਵਾਕ ਦੇ ਵਿੱਚ ਬਦਲਣਾ ਹੈ। ਫੁੱਲ ਬਹੁਤ ਸੁੰਦਰ ਹੈ, ਇੱਕ ਸਧਾਰਨ ਵਾਕ ਹੈ, ਤੇ ਵਿਸਮੈਵਾਚਕ ਦੇ ਵਿੱਚ ਆਪਾਂ ਹੈਰਾਨੀ ਪ੍ਰਗਟ ਕਰਦੇ ਹੋਏ ਕਿੰਨਾ ਸੁੰਦਰ ਫੁੱਲ ਹੈ, ਅੱਗੇ ਵਿਸਮਿਕ ਚਿੰਨ੍ਹ ਦਾ ਨਿਸ਼ਾਨ। ਇਹ ਖਿਆਲ ਰੱਖਣਾ ਹੈ ਕਿ ਕਿੰਨਾ ਇੱਥੇ ਪ੍ਰਸ਼ਨਵਾਚਕ ਚਿੰਨ੍ਹ ਨਹੀਂ ਹੈ, ਕਿਉਂਕਿ ਇਹਦੇ ਵਿੱਚ ਪ੍ਰਸ਼ਨ ਨਹੀਂ ਪੁੱਛਿਆ ਗਿਆ, ਇਹਦੇ ਵਿੱਚ ਹੈਰਾਨੀ ਪ੍ਰਗਟ ਕੀਤੀ ਗਈ ਹੈ ਕਿ ਕਿੰਨਾ ਸੁੰਦਰ ਫੁੱਲ ਹੈ। ਤੁਸੀਂ ਇਸ ਦੇ ਨਾਲ ਵਾਹ ਵੀ ਲਗਾ ਸਕਦੇ ਹੋ, ਵਾਹ ਕਿੰਨਾ ਸੁੰਦਰ ਫੁੱਲ ਹੈ। ਅੱਗੇ ਵਿਸਮੈਵਾਚਕ ਤੋਂ ਸਧਾਰਨ ਵਾਕ ਵਿੱਚ ਬਦਲਣਾ। ਵਿਸਮੈਵਾਚਕ ਹੈ ਕਿ ਕਾਸ਼ ਮੈਂ ਡਾਕਟਰ ਹੁੰਦਾ। ਇਹਦੇ ਵਿੱਚ ਇੱਛਾ ਪ੍ਰਗਟ ਕੀਤੀ ਗਈ ਹੈ ਕਿ ਮੈਂ ਡਾਕਟਰ ਹੁੰਦਾ, ਤਾਂ ਇਹਨੂੰ ਸਧਾਰਨ ਵਾਕ ਦੇ ਵਿੱਚ ਕਿਵੇਂ ਬਦਲੋਗੇ ਕਿ ਮੇਰੀ ਡਾਕਟਰ ਬਣਨ ਦੀ ਇੱਛਾ ਸੀ। ਅੱਗੇ ਇੱਕ ਹੋਰ ਕਰਤਰੀਵਾਚਕ ਤੇ ਕਰਮਣੀਵਾਚਕ ਵਾਕ ਹੁੰਦੇ ਆ, ਜਿਵੇਂ ਆਪਾਂ ਅੰਗਰੇਜ਼ੀ ਦੇ ਵਿੱਚ ਐਕਟਿਵ ਪੈਸਿਵ ਵੋਇਸ ਚੇਂਜ ਦਾ ਵੋਇਸ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਵੀ ਕਰਤਰੀਵਾਚਕ ਤੇ ਕਰਮਣੀਵਾਚਕ ਵਾਕ ਹੁੰਦੇ ਆ। ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਵਾਕਾਂ ਦਾ ਵਟਾਂਦਰਾ ਕਰਦੇ ਹਾਂ, ਉਸ ਸਮੇਂ 'ਤੇ ਜੋ ਵਾਕ ਦੇ ਵਿੱਚ ਕਰਤਾ ਹੁੰਦਾ ਹੈ ਉਸ ਦੀ ਜਗ੍ਹਾ ਕਰਮ ਨੂੰ ਭੇਜ ਦਿੱਤਾ ਜਾਂਦਾ ਹੈ, ਤੇ ਕਰਮ ਦੀ ਜਗ੍ਹਾ 'ਤੇ ਕਰਤਾ ਨੂੰ ਭੇਜ ਦਿੱਤਾ ਜਾਂਦਾ ਹੈ, ਤੇ ਨਾਲ ਹੀ ਉਸੇ ਤਰੀਕੇ ਦੇ ਨਾਲ ਕਿਰਿਆ ਵੀ ਉੱਥੇ ਚੇਂਜ ਹੋ ਜਾਂਦੀ ਹੈ। ਆਪਾਂ ਉਦਾਹਰਨਾਂ ਦੇ ਨਾਲ ਜ਼ਿਆਦਾ ਸਪਸ਼ਟ ਰੂਪ ਦੇ ਵਿੱਚ ਸਮਝਾਂਗੇ। ਜਿਵੇਂ ਉਦਾਹਰਨਾਂ ਦਿੱਤੀਆਂ ਹੋਈਆਂ, ਕਰਤਰੀਵਾਚਕ, ਇੱਕ ਹੋਰ ਮੈਂ ਗੱਲ ਸਪਸ਼ਟ ਕਰ ਦੇਵਾਂ ਕਿ ਕਰਤਰੀਵਾਚਕ ਵਾਕ ਆਪਾਂ ਕਿਹਨੂੰ ਕਹਾਂਗੇ, ਜਿਹਦੇ ਵਿੱਚ ਕਰਤਾ ਪ੍ਰਧਾਨ ਹੋਵੇ, ਭਾਵ ਕਰਤਾ ਮੁੱਖ ਰੂਪ ਦੇ ਵਿੱਚ ਵਿਚਰਿਆ ਹੋਵੇ, ਤੇ ਕਰਮਣੀਵਾਚਕ ਜਿੱਥੇ ਕਰਮ ਨੂੰ ਪ੍ਰਧਾਨਤਾ ਦਿੱਤੀ ਗਈ ਹੋਵੇ, ਮੁੱਖ ਦਿਖਾਇਆ ਗਿਆ ਹੋਵੇ। ਜਿਵੇਂ ਕਰਤਰੀਵਾਚਕ ਇੱਥੇ ਕਰਤਾ ਹੈ ਮੈਂ, ਕਿਉਂਕਿ ਰੋਟੀ ਕਿਹਦੇ ਦੁਆਰਾ ਖਾਧੀ ਜਾ ਰਹੀ ਹੈ, ਮੈਂ ਦੇ ਦੁਆਰਾ। ਇਹ ਹੈ ਕਰਤਰੀਵਾਚਕ ਵਾਚ। ਇਹਨੂੰ ਆਪਾਂ ਜੇ ਕਰਮਣੀਵਾਚਕ ਦੇ ਵਿੱਚ ਬਦਲਣਾ ਹੋਵੇ ਤਾਂ ਕਰਮ ਨੂੰ ਆਪਾਂ ਅੱਗੇ ਲੈ ਆਂਦਾ, ਕਰਤੇ ਦੀ ਜਗ੍ਹਾ 'ਤੇ ਲੈ ਆਂਦਾ, ਤੇ ਇੱਥੇ ਕਿਰਿਆ ਵੀ ਬਦਲ ਗਈ, ਕਿਉਂਕਿ ਪਹਿਲਾਂ ਇੱਥੇ ਕਿਰਿਆ ਕੀ ਸੀ, ਖਾ ਰਿਹਾ ਹਾਂ, ਤਾਂ ਇੱਥੇ ਕੀ ਆ ਗਿਆ, ਰੋਟੀ ਮੇਰੇ ਦੁਆਰਾ ਖਾਧੀ ਜਾ ਰਹੀ ਹੈ ਜਾਂ ਰੋਟੀ ਮੈਥੋਂ ਖਾਧੀ ਜਾ ਰਹੀ ਹੈ। ਦੋਨੇ ਤਰੀਕੇ ਦੇ ਨਾਲ ਤੁਸੀਂ ਇਹ ਵਾਕ ਹੈ ਜਿਹੜਾ ਉਹ ਬਦਲ ਸਕਦੇ ਹੋ। ਆਪਾਂ ਕਰਤਰੀਵਾਚਕ ਵਾਕਾਂ ਦੀ ਹੋਰ ਉਦਾਹਰਨ ਦੇਖ ਲਈਏ। ਕਰਤਰੀਵਾਚਕ ਹੈ ਖਾਣਾ ਪਰੋਸ ਦਿਓ, ਕਿਉਂ ਇਹਦੇ ਵਿੱਚ ਕਰਤਾ ਵੀ ਖਾਣਾ ਹੈ ਤੇ ਕਰਮ ਵੀ ਖਾਣਾ ਹੀ ਹੈ, ਕਿਉਂਕਿ ਇਹਦੇ ਵਿੱਚ ਖਾਣਾ ਪਰੋਸਣ ਦੀ ਗੱਲ ਕੀਤੀ ਗਈ ਹੈ। ਤਾਂ ਜਦੋਂ ਆਪਾਂ ਕਰਮਣੀਵਾਚਕ ਵਾਚ ਦੇ ਵਿੱਚ ਬਦਲਾਂਗੇ ਤਾਂ ਖਾਣਾ ਇੱਥੇ ਕਰਮ ਦੀ ਜਗ੍ਹਾ ਆਵੇਗਾ, ਤੇ ਪਰੋਸ ਦਿੱਤਾ ਜਾਵੇ ਬਦਲ ਦਿੱਤੀ ਗਈ ਉਹਦੀ ਕਿਰਿਆ, ਤਾਂ ਖਾਣਾ ਪਰੋਸ ਦਿੱਤਾ ਜਾਵੇ, ਕਿਉਂਕਿ ਕਰਮ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ, ਪਰੋਸਣ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਆਖਰੀ ਉਦਾਹਰਨ ਹੈ ਕਰਮਣੀਵਾਚ ਦੀ,
ਆਪਾਂ ਕਰਤਰੀਵਾਚਕ ਦੇ ਵਿੱਚ ਇਹਨੂੰ ਬਦਲਣਾ ਹੈ। ਕਰਮ ਪ੍ਰਧਾਨ ਹੈ ਇੱਥੇ, ਕਾਰ ਰਾਜੂ ਦੁਆਰਾ ਚਲਾਈ ਗਈ, ਕਿਉਂਕਿ ਇੱਥੇ ਕਰਤੇ ਨੂੰ ਪਿੱਛੇ ਰੱਖਿਆ ਗਿਆ ਹੈ ਅਤੇ ਕਰਮ ਨੂੰ ਅੱਗੇ ਰੱਖਿਆ ਗਿਆ ਹੈ। ਤਾਂ ਕਾਰ ਰਾਜੂ ਦੁਆਰਾ ਚਲਾਈ ਗਈ, ਜਿਹਨੂੰ ਆਪਾਂ ਕਰਤਰੀਵਾਚਕ ਦੇ ਵਿੱਚ ਬਦਲਾਂਗੇ ਤਾਂ ਕਰਤੇ ਨੂੰ ਮੂਹਰੇ ਲਿਆਂਦਾ, ਰਾਜੂ ਨੇ ਕਾਰ ਚਲਾਈ। ਤਾਂ ਇਹ ਸੀ ਤੁਹਾਡੀ ਵਾਕ ਵਟਾਂਦਰੇ ਦੇ ਨਾਲ ਸੰਬੰਧਿਤ ਵੀਡੀਓ। ਉਮੀਦ ਹੈ ਕਿ ਤੁਹਾਨੂੰ ਵਾਕਾਂ ਨੂੰ ਕਿਵੇਂ ਦੂਸਰੇ ਰੂਪ ਦੇ ਵਿੱਚ ਬਦਲਣਾ ਹੈ ਉਹ ਸਮਝ ਆ ਗਿਆ ਹੋਵੇਗਾ। ਜੇਕਰ ਤੁਹਾਨੂੰ ਕੁਝ ਵੀ ਸਮਝ ਨਹੀਂ ਆਇਆ, ਕੋਈ ਕਨਫਿਊਜ਼ਨ ਹੈ, ਕੋਈ ਦੁਚਿੱਤੀ ਹੈ, ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ। ਧੰਨਵਾਦ।